बंद ना हो जाएगा ध्यान। चलो जी क्लास 10 सी बीएससी का चैप्टर चल रहा है लाइट्स रिफ्लेक्शन एंड रिफ्लेक्शन और ये पढ़ते हैं इंपॉर्टेंट पॉइंट टू बी रिमेंबर इन ऑब्जेक्ट्स द लाइट रिफ्लेक्शन एंड रिफ्लेक्शन ਇਹਦੇ ਜਿਹੜੇ ਜਿਹੜੇ ਪੁਆਇੰਟ ਹੀ ਸਾਡੇ ਇੱਥੇ ਜ਼ਰੂਰੀ ਹੁੰਦੇ ਆ ਨੁਮੈਰੀਕਲ ਕਰਨ ਵਾਸਤੇ ਔਰ ਡੈਰੀਵੇਸ਼ਨ ਕਰਨ ਵਾਸਤੇ ਉਹਦੇ ਵਾਸਤੇ ਵੀ 6 ਪੁਆਇੰਟ ਜਿਹੜੇ ਪਹਿਲਾਂ ਪੜ੍ਹ ਚੁੱਕੇ ਆ 7th ਨੰਬਰ ਪੁਆਇੰਟ ਹੈ ਕਾਪੀ ਤੇ ਦੇ ਦੋ ਨੰਬਰ ਇਹਨੂੰ ਸੋ ਇਹ ਪੁਆਇੰਟ ਹੈ ਲਾਈਕ ਦਾ ਇਮੇਜ is as for behind the mirror. The image is as far behind the mirror as the object is in front. ਇਹਨੂੰ ਬਣਾ ਕੇ ਦਿਖਾਉਣ ਲੱਗਾ ਜੀ ਇੱਕ ਵਾਰ ਦੇਖੋ ਇਹਦੇ ਵਿੱਚ ਕੀ ਸਾਡੇ ਕੋਲ ਮੰਨ ਲਓ ਅਸੀਂ ਆ ਕਨਕੇਵ ਮਿਰਰ ਲੈ ਲਿਆ ਵਾ ਇੱਕ ਸਾਈਡ ਦੀ ਪੋਲਿਸ਼ਡ ਹੈ ਇੱਕ ਸਾਈਡ ਜਿਹੜੀ ਹੈ ਬਿਲਕੁਲ ਉਹਦੇ ਵਿੱਚ ਅਸੀਂ ਕਹਿ ਸਕਦੇ ਸ਼ਾਈਨਿੰਗ ਵਾਲੀ ਸਾਈਡ ਹੈ ਇਹ ਸਾਡੀ ਸ਼ਾਈਨਿੰਗ ਵਾਲੀ ਸਾਈਡ ਹੈ ਇਹਦੇ ਵਿੱਚ ਦੇਖੋ ਜੀ ਮੈਂ ਪ੍ਰਿੰਸੀਪਲ ਐਕਸਰਸਾਈਜ਼ ਬਣਾਤੀ ਹੈ ਇਹ ਸਾਡਾ ਪੋਲ ਪੁਆਇੰਟ ਆ ਗਿਆ ਵਾ ਔਰ ਉਸ ਤੋਂ ਬਾਅਦ ਇਹਦੇ ਵਿੱਚ ਦੇਖੋ ਜੀ ਸਾਡਾ ਜਿਹੜਾ ਆਬਜੈਕਟ ਹੈ ਸਾਡਾ ਇੱਥੇ ਸਬਜੈਕਟ ਹੈ ਇਸ ਜਗ੍ਹਾ ਤੇ ਆਬਜੈਕਟ ਹੈ ठीक है जी सो ਇਹਦਾ ਇਮੇਜ ਕਿੱਥੇ ਬਣੂਗਾ ਜੀ ਇਹਦੇ ਅਕੋਰਡਿੰਗ ਇਹ ਜਿਹੜਾ ਕਨਕੇਵ ਮਿਰਰ ਹੈ ਇਹ ਦੀ ਫਰੰਟ ਸਾਈਡ ਹੈ ਇਹ ਵਾਲੀ ਇਹਦੀ ਬੈਕ ਸਾਈਡ ਹੈ ਜਾਂ ਬਿਹਾਈਂਡ ਜਾਂ ਬੈਕ ਸਾਈਡ ਲੈ ਸਕਦੇ ਬੈਕ ਸਾਈਡ ਵੀ ਕਰ ਸਕਦੇ ਹਾਂ ਦੱਸੋ ਜੀ ਆਬਜੈਕਟ ਸਾਡਾ ਇੱਥੇ ਤੇ ਕਿੱਥੇ ਬਣੂਗੀ ਇਹਦੇ ਅਕੋਰਡਿੰਗ ਕੀ ਲਿਖਿਆ ਦੇਖੋ ਦਾ ਇਮੇਜ ਇਜ਼ ਐਜ਼ ਫਾਰ ਬਿਹਾਈਂਡ ਦਾ ਮਿਰਰ ਸੋ ਇਧਰ ਬਣੂਗੀ ਕਿੱਧਰ ਬਣੂਗੀ behind इधर बनूगी इथे ਤੁਹਾਡੀ ਇਮੇਜ ਬਣੂਗੀ ਠੀਕ ਹੈ ਜੀ ਪਲੀਜ਼ ਇਹ ਨੋਟ ਕਰੋ ਆ ਡਾਇਗਰਾਮ ਜ਼ਰੂਰ ਨੋਟ ਕਰੋ ਕਾਪੀ ਬੁੱਕ ਚ ਨਹੀਂ ਮਿਲੂਗੀ ਡਾਇਗਰਾਮ ਦੇਖੋ ਜੀ ਕੰਡੀਸ਼ਨ ਹੁੰਦੀ ਹੈ ਮਿਰਰ ਦੇ ਵਿੱਚ ਮੈਂ ਇਹਦੇ ਕਿਹੜਾ ਮਿਰਰ ਲਿਆ ਵਾ ਕਨਕੇਵ ਮਿਰਰ ਲਿਆ ਔਰ ਕਨਕੇਵ ਮਿਰਰ ਦੇ ਵਿੱਚ ਕੀ ਹੁੰਦਾ ਹੈ ਜੀ ਮੇਰਾ ਜਿਹੜਾ ਆਬਜੈਕਟ ਹੈ ਉਹ ਫਰੰਟ ਆਫ ਕਨਕੇਵ ਮਿਰਰ ਹੈ ਫਰੰਟ ਆਫ ਕਨਕੇਵ ਮਿਰਰ ਹੈ ਬਾਅਦ ਜਿਹੜੀ ਮੇਰੀ ਇਮੇਜ ਬਣਦੀ ਹੈ ਇਮੇਜ ਇਜ਼ बैक साइड और बिहाइंड द कनकेव मिरर प्लीज ये चीज नोट रखो याद रखो नेक्स्ट पॉइंट देखो जी ਇਹਦੇ ਵਿੱਚ नेक्स्ट ਹੈਗਾ ਵਾ the image is unmagnified virtual and erect ਇਹ ਵੀ ਲਾਈਨ ਲਾਈਨ ਨੋਟ ਕਰ ਲਓ the image is unmagnified भाई मैग्नीफाइड होता किसी चीज को ਵੱਡਾ ਕਰ ਦੇਣਾ ਜਿਵੇਂ ਤੁਸੀਂ ਮਾਈਕਰੋਸਕੋਪ ਦੇ ਵਿੱਚ ਕੀ ਕਹਿੰਦੇ ਜੇ ਛੋਟੇ ਛੋਟੇ ਪਾਰਟੀਕਲ ਕਹਿੰਦੇ ਤਾਂ ਉਹਦੀ ਸਾਈਜ਼ ਬਹੁਤ ਵੱਡਾ ਵੱਡਾ ਦੇਖਦਾ ਇਹਦਾ ਤੁਸੀਂ ਐਨਕ ਲਾਉਂਦੇ ਜੇ ਐਨਕਾਂ ਤੋਂ ਹੁੰਦੇ ਜਦੋਂ ਚੀਜ਼ ਵੱਡੀ ਦੇ ਜਿਹੜੀ ਚੀਜ਼ ਤਾਂ ਛੋਟੀ ਦਿਖਦੀ ਹੈ ਉਹ ਵੱਡੀ ਦਿਖਦੀ ਹੈ ਇਹੋ ਕਰਦੇ ਨਾ ਸੋ ਇਹਦੇ ਵਿੱਚ ਕੀ ਹੈ ਜੀ ਜਿਹੜੀ ਇਮੇਜ ਹੈ वो अनमैग्नीफाइड है ਉਹਦਾ ਸਾਈਜ਼ ਜਿੱਦਾਂ ਵਾ ਉੱਡਾ ਹੀ ਹੈ ਨਾ ਵੱਡਾ ਹੁੰਦਾ ਪਿਆ ਨਾ ਛੋਟਾ ਹੁੰਦਾ ਪਿਆ ਵੀ ਉਹਦਾ ਸਾਈਜ਼ ਨਾ ਦੇ ਡਿਗਰੀ ਹੁੰਦਾ ਪਿਆ ਵਾ ਨਾ ਡਿਗਰੀ ਹੁੰਦਾ ਪਿਆ ਵਾ ਨਾਲ ਇਹ ਵੀ ਵਰਚੁਅਲ ਭਾਈ ਵਰਚੁਅਲ ਜਿਹੜਾ ਹੁੰਦਾ ਵਾ ਜਿਹਨੂੰ ਅਸੀਂ ਕਲਪਨਾ ਕਹਿ ਸਕਦੇ ਹਾਂ ਕਾਲਪਨਿਕ ਠੀਕ ਹੈ ਜੀ ਐ ਚੀਜ਼ ਹੋਊਗੀ ਇੱਥੇ ਪਈ ਹੈ ਪਰ ਦਿਖਦੀ ਨਹੀਂ ਅਸਲ ਵਿੱਚ ਫੋਟੋ ਉੱਥੇ ਬਣਦੀ ਹੁੰਦੀ ਹੈ ਬਟ ਐਕਚੁਅਲੀ ਉਹ ਚੀਜ਼ ਉਹਦਾ ਰੀਅਲ ਸਾਈਜ਼ ਕੁਝ ਹੋਰ ਹੁੰਦਾ ਜਿਵੇਂ ਮੰਨ ਲਓ ਕਿ ਬੋਡੀ ਦਾ ਰੀਅਲ ਸਾਈਜ਼ ਇੰਨਾ ਹੈ ਕਿਹੜਾ ਸਹੀ ਹੈ ਪਰ ਸਾਨੂੰ ਦੇਖਦੀ ਏਡੀ ਪਈ ਹੈ ਇਹ ਵਾਲੀ ਰੀਅਲ ਹੋਗੀ ਇਹ ਵਾਲੀ ਵਰਚੁਅਲ ਹੋਗੀ ਠੀਕ ਹੈ ਜੀ ਜਿਹਨੂੰ ਕਲਪਨਾ ਕਰਦੇ ਨੇ ਕਾਲਪਨਿਕ ਕਹਿ ਸਕਦੇ ਹਾਂ ਸੋ ਉਸ ਤੋਂ ਬਾਅਦ ਦੇਖੋ ਜੀ ਅਨਮੈਗਨੀਫਾਈਡ ਵਰਚੁਅਲ ਐਂਡ erect ਕੀ ਮੈਂ ਦੱਸੋ ਚਲੋ ਬਣਾ ਕੇ ਬਾਅਦ ਨੈਕਸਟ ਅਪਡੇਟ ਕਰਨਾ ਫਿਰ ਆਪਾਂ ਇੱਥੇ ਇੱਕ ਕਨਕੇਵ ਮਿਰਰ ਦੇ ਲੈਣਾ ਠੀਕ ਹੈ ਜੀ ਥੋੜਾ ਕਨਕੇਵ ਮਿਰਰ ਹੈ ਇੱਥੇ ਸਾਡਾ ਕੋਈ ਆਬਜੈਕਟ ਹੈ ਠੀਕ ਹੈ ਜੀ ਜਿਹੜਾ ਆਬਜੈਕਟ ਹੈ ਇਹਦੀ ਇੱਥੇ ਵਰਚੁਅਲ ਇਮੇਜ ਬਣਦੀ ਹੋਈ ਹੈ ਮੰਨ ਲਓ ਇਹ ਐਡਾ ਹੈ ਇਹਦੀ ਵਰਚੁਅਲ ਇਮੇਜ ਐਡੀ ਬਣਦੀ ਹੋਈ ਹੈ ਇੱਕ ਮਿੰਟ ਜੀ ਡਸਟਰ ਕਿੱਥੇ ਹੈ ਕੀ ਹੋਇਆ ਇੱਥੇ ਕੋਈ ਚੱਕਰ ਪਿਆ ਨਹੀਂ ਇਹਨੂੰ ਦਾਣਾ ਬਣਾਓ ਜੀ
भाई वह रैक्ट नहीं पता खड़ा होना, कोई चीज खड़ी खड़ी हो गई ना वो रैक्ट बोल देते हैं। सो ये देखो जी रियल इमेज है, मान लो इसे कोई ऑब्जेक्ट है ਉਹਦਾ ਰੀਅਲ ਸਾਈਜ਼ ਕਿੰਨਾ ਹੈ, ਮੰਨ ਲਓ ਜੀ ਇਥੇ ਬਣਦੀ ਪਈ ਹੈ ਵਰਚੁਅਲ ਵੀ ਬੜੀ ਵੱਡੀ ਬਣਦੀ ਪਈ ਹੈ, ਬਟ ਵੇਖੋ ਜੀ ਇੱਕ ਮਿੰਟ ਰੈਕਟ ਦਾ ਕੀ ਮਤਲਬ ਹੁੰਦਾ ਖੜੀ ਹੋਣੀ। ਜਿਵੇਂ ਮੇਰਾ ਮੋਬਾਈਲ ਹੈ ਮੈਂ ਇਧਰ ਖੜਾ ਕਰਦਾ ਇਦਾਂ ਕਰਦਾ ਤੇ ਕਹਿ ਸਕਦੇ ਹਾਂ ਕਿ ਮੇਰਾ ਮੋਬਾਈਲ ਹੈ ਲੇ ਡਾਊਨ ਹੋਇਆ ਵਾ ਲੱਗੇ ਪਿਆ ਵਾ, ਜਾਂ ਕਹਿ ਸਕਦੇ ਬਿਲਕੁਲ ਫਲੈਟ ਪੋਜੀਸ਼ਨ ਦੇ ਵਿੱਚ ਹੌਰੀਜ਼ੌਂਟਲ ਹੈ, ਇਹ ਵਾਲਾ ਵਰਟੀਕਲ ਪੋਜੀਸ਼ਨ ਹੈ, ਇਹਨੂੰ ਰੈਕਟ ਵੀ ਬੋਲਦੇ ਨੇ। ਰੈਕਟ ਦਾ ਖੜਾ ਹੋਣਾ, ਸੋ ਵੇਖੋ ਜੀ ਇਹ ਵਾਲੀ ਉਹਦਾ ਰੀਅਲ ਸਾਈਜ਼ ਆ, ਇਹ ਉਹਦਾ ਵਰਚੁਅਲ ਸਾਈਜ਼। ਵਰਚੁਅਲ ਸਾਈਜ਼ ਦਾ ਕਾਲਪਨਿਕ, ਜਿਵੇਂ ਤੁਸੀਂ ਸ਼ੀਸ਼ੇ ਦਾ ਕੋਈ ਚੀਜ਼ ਵੇਖਦੇ ਨਾ, ਕੋਈ ਅਖਬਾਰ ਪੜ੍ਹਦੇ ਜੇ ਅਖਬਾਰ ਦੇ ਅੱਖਰ ਛੋਟੇ ਛੋਟੇ ਹੁੰਦੇ ਆ, ਪਰ ਜਦੋਂ ਤੁਸੀਂ ਅਖਬਾਰ ਪੜ੍ਹਦੇ ਤਾਂ ਵੱਡਾ ਚਸ਼ਮਾ ਉਹ ਅੱਖਰ ਥੋੜੇ ਵੱਡੇ ਕਰ ਦਿੰਦਾ, ਕਹਿ ਸਕਦੇ ਦੀ ਮੈਗਨੀਫਿਕੇਸ਼ਨ ਕਰ ਦਿੰਦਾ, ਸਾਈਜ਼ ਇਨਕਰੀਜ਼ ਕਰ ਦਿੰਦਾ ਵਾ। ਸੋ ਐਕਚੁਅਲ ਅੱਖਰਾਂ ਦਾ ਸਾਈਜ਼ ਵੱਡਾ ਹੈ, ਐਕਚੁਅਲ ਤੇ ਐਡਾ ਸਾਈਜ਼ ਹੈ ਨਾ, ਜਿਹੜੇ ਅਖਬਾਰ ਦੇ ਵਰਡ ਆ ਉਹਦਾ ਸਾਈਜ਼ ਐਕਚੁਅਲੀ ਛੋਟਾ ਹੀ ਹੁੰਦਾ ਵਾ, ਬਟ ਜਿਹੜੀ ਅਸੀਂ ਚਸ਼ਮਾ ਲਾਉਣੇ ਆ ਚਸ਼ਮਾ ਕਰਦਾ ਉਹਦਾ ਸਾਈਜ਼ ਸਾਨੂੰ ਵੱਡਾ ਕਰ ਦਿੰਦਾ। ਤੁਸੀਂ ਇਹ ਚੀਜ਼ ਪ੍ਰੈਕਟੀਕਲ ਕਰਕੇ ਵੇਖ ਸਕਦੇ ਜੇ। ਹੋਰ ਤਾਂ ਮੈਂ ਐਗਜ਼ਾਮਪਲ ਦੇ ਦਿੰਦਾ ਵਾ, ਸਾਡੀ ਮਾਈਕਰੋਸਕੋਪ ਹੁੰਦੀ ਆ, ਉਹ 'ਚ ਦਹੀਂ ਲੈ ਆਓ, ਦਹੀਂ ਦੇ ਵਿੱਚ ਬਹੁਤ ਸਾਰੇ ਜਰਮ ਹੁੰਦੇ ਆ ਜਿਹੜੇ ਸਾਨੂੰ ਦਿਖਾਈ ਨਹੀਂ ਦਿੰਦੇ, ਪਰ ਜਦੋਂ ਤੁਸੀਂ ਮਾਈਕਰੋਸਕੋਪ ਥੱਲੇ ਰੱਖੋਗੇ ਨਾ ਉਹ ਜਰਮ ਸੜੇ ਆ ਉਹਦਾ ਸਾਈਜ਼ ਵੱਡਾ ਕਰਕੇ ਤੁਹਾਨੂੰ ਦਿਖੂਗਾ, ਐਡੇ ਲੰਬੇ ਦਿਖਣਗੇ। ਤੁਸੀਂ ਦਹੀਂ ਪਰ ਖਾਣਾ ਨਹੀਂ ਪਾਓਗੇ, ਉਹ ਕੀ ਆ ਜਿਹੜੇ ਜਰਮ ਦਾ ਐਕਚੁਅਲ ਸਾਈਜ਼ ਜਿਹੜਾ ਰੀਅਲ ਸਾਈਜ਼ ਹੈ ਉਹ ਬਹੁਤ ਛੋਟਾ ਵਾ, ਸਾਨੂੰ ਦਿਖਾਈ ਨਹੀਂ ਦਿੰਦਾ, ਬਟ ਜਦੋਂ ਇਹਦਾ ਵਰਚੁਅਲ ਲੈਵਲ ਮੈਨੇ ਆ ਕਿਹਦੇ ਥਰੂ ਮੈਨੇ ਆ ਮਾਈਕਰੋਸਕੋਪ ਦੇ ਥਰੂ, ਉਹਦਾ ਸਾਈਜ਼ ਜਿਹੜਾ ਵਾ ਮੈਗਨੀਫਾਈਡ ਹੋ ਜਾਂਦਾ। ਠੀਕ ਹੈ ਜੀ। ਸੋ ਇਹਦੇ ਵਿੱਚ ਦੇਖੋ ਜਿਹੜਾ ਰੀਅਲ ਹੈ, ਰੀਅਲ ਜਿਹੜਾ ਸਾਈਜ਼ ਛੋਟਾ ਹੁੰਦਾ ਪਰ ਵਰਚੁਅਲ ਸਾਈਜ਼ ਥੋੜਾ ਵੱਡਾ ਵੀ ਕਹਿ ਸਕਦੇ, ਵੱਡਾ ਵੀ ਹੋ ਸਕਦਾ ਤਾਂ ਬਰਾਬਰ ਵੀ ਕਹਿ ਸਕਦੇ, ਬਰਾਬਰ ਵੀ ਕਹਿ ਸਕਦਾ, ਜ਼ਰੂਰੀ ਨਹੀਂ ਕਿ ਵੱਡਾ ਹੀ ਹੋਵੇ, ਟੇਢਾ ਵੀ ਕਹਿ ਸਕਦਾ, ਇਹਦੇ ਬਰਾਬਰ ਵੀ ਕਹਿ ਸਕਦਾ। ਰੈਕਟ ਵੀ ਖੜਾ ਹੋਣਾ, ਠੀਕ ਹੈ ਜੀ, ਅਮਰੀਕਾ 'ਚ ਪਤਾ ਲੱਗੂਗਾ ਤੁਹਾਨੂੰ ਇਸ ਚੀਜ਼ ਦਾ। ਇਹ ਵੈਸੇ ਮੈਂ ਖੜੀ ਟੀ-ਸ਼ਰਟ ਬਣਾਈ ਹੈ, ਰੈਕਟ ਵੀ ਬੋਲ ਦਿੰਦੇ ਆ, ਅਜੇ ਇਹਦਾ ਨਾਮ ਰੈਕਟ ਦਾ ਖੜਾ ਹੋਣਾ। ਪਲੀਜ਼ ਕਾਪੀ ਤੇ ਨੋਟ ਕਰ ਲਓ। ਨੈਕਸਟ ਵੇਖੋ ਜੀ ਇੱਕ ਮਿੰਟ भाई अनलगी इवेंट पता लगा किस तरह कोई इमेज है ना साइज इंक्रीज होता पे ना डिक्रीज होता पे, कोई जी इमेज है ਉਹਦਾ ਸਾਈਜ਼ ਨਾ ਇੰਕਰੀਜ਼ ਹੁੰਦਾ ਪਿਆ ਨਾ ਡਿਕਰੀਜ਼ ਹੁੰਦਾ ਪਿਆ, ਉਹਨੂੰ ਬੋਲਦੇ ਨੇ ਅਨਮੈਗਨੀਫਾਈਡ। ਵਰਚੁਅਲ ਮੀਨ ਜਿਹੜਾ ਕਾਲਪਨਿਕ ਹੈ, ਵਾਸਤਵਿਕ 'ਚ ਉਹ ਚੀਜ਼ ਨਹੀਂ ਹੁੰਦੀ, ਬਲ ਰੀਅਲ 'ਚ ਚੀਜ਼ ਨਹੀਂ ਹੁੰਦੀ ਪਰ ਸਾਨੂੰ ਦਿਖਦੀ ਹੈ। ਜਿਵੇਂ ਤੁਸੀਂ ਚਸ਼ਮਾ ਲਾਉਂਦੇ ਜੇ, ਜਦੋਂ ਚਸ਼ਮਾ ਲਾਉਂਦੇ ਤੁਸੀਂ ਪੜ੍ਹ ਲੱਗੇ ਚਸ਼ਮਾ ਲਾਉਂਦੇ ਕੀ ਹੁੰਦਾ, ਤੁਹਾਨੂੰ ਜਿਹੜੇ ਅੱਖਰਾਂ ਦਾ ਸਾਈਜ਼ ਵੱਡਾ ਦਿਖਣਾ ਸ਼ੁਰੂ ਹੋ ਜਾਂਦਾ। ਠੀਕ ਹੈ ਜੀ, ਵਰਚੁਅਲ ਸਾਈਜ਼ ਹੁੰਦਾ। ਰੈਕਟ ਵੀ ਖੜਾ ਹੋਣਾ, ਕੋਈ ਜਿਹੜੀ ਇਮੇਜ ਬਣਦੀ ਇਦਾਂ ਕਰਕੇ ਬਣਦੀ, ਇਦਾਂ ਖੜੀ ਹੋ ਕੇ ਬਣਦੀ ਹੈ। ਚਲੋ ਨੈਕਸਟ ਦੇਖੋ ਜੀ, ਅੱਗੇ ਹੈਗਾ ਜੀ ਇਮੇਜ ਹੈਜ਼ ਰਾਈਟ ਲੈਫਟ ਰਿਵਰਸਲ। ਇਮੇਜ ਹੈਜ਼ ਰਾਈਟ ਲੈਫਟ ਰਿਵਰਸਲ। ਭਈ ਇਹ ਪਤਾ ਕਿਉਂ ਦੇਖੀ ਦੇਖੀ ਗਈ, ਦੱਸੋ ਜੀ क्यों भाई युवराज आज यही the image has right left भाई ਤੁਹਾਡੀ ਕਲਾਸ ਇਹੋ ਜਿਹੀ ਹੋਣੀ ਹੈ ਜਿਹੜੀ ਕੋਈ ਨਹੀਂ ਪੜ੍ਹ ਕੇ ਆਉਣੀ। ਮੈਂ ਚੀਜ਼ ਅਬਜ਼ਰਵ ਕੀਤੀ ਹੈ, ਪਲੱਸ 2 ਵਾਲੇ ਵੀ ਪੂਰੇ ਵੈਲ ਪ੍ਰਿਪੇਅਰਡ ਹੈ, ਜੋ ਵੀ ਸਮਝਾਉਣਾ ਮੈਨੂੰ ਬੜੀ ਸਮਝ ਆਉਂਦੀ ਹੈ ਉਹਨਾਂ ਨੂੰ, ਉਸ ਤੋਂ ਬਾਅਦ ਪੂਰਾ ਰਿਸਪੌਂਸ ਦਿੰਦੇ ਆ। ਹੁਣ ਇੱਕ ਘੰਟੇ ਪਹਿਲਾਂ ਪਲੱਸ 1 ਗਈ ਹੈ ਵੈਲ ਐਡਮਿਟ ਹੈ, ਕੱਲੀ ਕੱਲੀ ਚੀਜ਼ ਉਹਨਾਂ ਅਸਰ ਦਿੱਤਾ ਕਿ ਤੁਹਾਡੀ ਕਲਾਸ ਨੂੰ ਕਹਿ ਸਕਦੇ ਕਿ ਬਹੁਤ ਗੱਲ ਹੈ, ਪੜ੍ਹੇ ਵੀ ਨਹੀਂ ਕਨਫਰਮ ਹੈ ਜੀ। ਤਾਂ ਹੁਣ ਇਹਦਾ ਕੋਈ ਕੁਐਸਚਨ ਕਰਨਾ ਤਾਂ ਦੱਸਿਆ ਨਹੀਂ ਜਾਣਾ ਕਦੇ, ਚਲੋ ਮੀਨਿੰਗ ਦੀ ਗੱਲ ਹੀ ਛੱਡੋ, ਤੁਸੀਂ ਮੀਨਿੰਗ ਦੇ ਜੋ ਤੁਹਾਡੇ ਵਾਸਤੇ ਨਵੇਂ ਹੋਣਗੇ, ਚਲੋ ਕੋਈ ਨਹੀਂ। ਤਾਂ ਇਮੇਜ ਹੈ ਰਾਈਟ ਲੈਫਟ ਰਿਵਰਸਲ, ਔਰ ਪੇਪਰਾਂ ਦੇ ਵਿੱਚ ਖੋਲ ਕੇ ਲਿਖਣਾ ਪੈਂਦਾ। ਇਹਦਾ ਵਾਲੀ ਬਦਲ ਦੱਸ ਦਿਓ ਤੁਸੀਂ, ਅੱਜ ਵੀ ਕਦੀ ਵੇਖੀ ਹੈ ਰਾਈਟ ਲੈਫਟ ਰਿਵਰਸਲ ਕੀ ਹੁੰਦਾ? ਆਪਦੀ ਸ਼ੀਸ਼ੇ ਦੀ ਫੋਟੋ ਵੇਖੀ ਕਦੀ? रोज देख रहे होते हैं शीशा इधर लगा सर, ठीक है जी। इधर करो कॉपी देते ना करके पी देख लो, पूरे शीशे में देखो उल्टी देखो, अगर पी इधर ना शीशे इधर देखो उल्टा करके देखो। और एम की गल कर लो, एम तो अलावा कहीं ए की गल कर लो, ए तो बाद टी की गल कर लो, और बड़े सारे अक्षर है उल्टे देखते हैं शीशे के ਵਿੱਚ। ਜਿਵੇਂ ਤੁਸੀਂ ਮੰਨ ਲਓ 2 ਪਾਇਆ ਨਾ, 2 ਇਦਾਂ ਕਰਕੇ ਹੈ, ਇਹ ਕਿਦਾਂ ਇਦਾਂ ਆ ਤੁਸੀਂ ਇਦਾਂ ਕਰਕੇ ਸ਼ੀਸ਼ੇ ਕੇ ਖੋਲਦੇ ਹੋ ਦੇਖੋ, ਅਗਰ ਤੁਹਾਡਾ ਇਧਰ ਦੇ ਬਨੇ ਕਿਹੜਾ ਲੈਫਟ ਹੈਂਡ ਹੈ, ਇਧਰ ਕਿਹੜਾ ਜੂਗਾ
राइट हैंड शीशे तो जुड़ना जरूर है, शीशे जिदा करके जरूर सुपर इम्पोज हो जाती है चीज, राइट लैफ्ट रिवर्सल हो जाती है। जाके प्रैक्टिकल करो पर ये बड़ी चीज है। एंबूलेंस देखा ना गड्डी एंबूलेंस उल्टा लिखा होता पर जो किसी को गड्डी के देखता ना कि मान लो मगर एंबूलेंस आउन डी है साडी, मान लो गड्डी अगे जान डी है मगर एंबूलेंस आउन डी साडे एंबूलेंस में एमरजेंसी है वो एंबूलेंस है वो सीधा देखता। बेस्ट एग्जांपल है राइट लैफ्ट वर्सेस दी एग्जांपल नोट कर लो। एंबुलेंस जो एंबुलेंस वर्ड होता है वो देखो कितने चेक करो उल्टा लिखा होता, उस तो बाद ਤੁਹਾਡੀ बॉडी की बेस्ट एग्जांपल है। उस तो बाद बहुत सारी चीजें से मेरे आपका फेस ही देखो शीशे के ऑपोजिट देखूगा उल्टा देखूगा। ये तुम मान लो इस डायरेक्शन से खड़ोते जे ना ਤੁਹਾਡੀ इमेज ਜਿਹੜੀ ਆ ऑपोजिट ਬਣੂਗੀ, ਉਹਨੂੰ बोल देते हैं राइट लैफ्ट रिवर्सल। जिन्ने भी अक्षर देने हैं बहुत सारे अक्षर ਜਿਹੜੇ ਉਲਟਾ ਲਿਖਦੇ हैं एल बना के देख लो ਤੁਸੀਂ एल इतना करके बोलते ना ਇਹਦੇ ਵਿੱਚ ਇਦਾਂ ਦੇਖੂਗਾ। क्यू की गल कर लो क्यू किदा बोलते नहीं किदा बोलते ने ਇਹਦੇ ਵਿੱਚ क्यू ਜਿਹੜਾ ਵਾ उल्टा चलता है। ठीक है जी जाके चेक करें ਇਹਨੂੰ बोलते हैं राइट लैफ्ट रिवर्सल। और एंबुलेंस ਜਿਹੜਾ वर्ड है जी बेस्ट एग्जांपल है। एंबुलेंस ਤੇ ਲਿਖਿਆ ਹੁੰਦਾ उल्टा क्यों लिखा ਹੁੰਦਾ ਵਾ क्योंकि उल्टे देखते अक्षर ਸਾਨੂੰ शीशे ਦੇ ਵਿੱਚ। अगर पहले सीधे लिखना है तो ਵਿੱਚ ਉਹਦੇ ਫਿਰ उल्टे लिखणगे और पहले उल्टे लिख दिंਦੇ ਆ कि ਜਿਹੜਾ ਅੱਗੇ ਬੰਦਾ ਜਾਂਦਾ ਵਾ ਉਹਨੂੰ ਸਿੱਧੇ ਅੱਖਰ ਲਿਖਣੇ। चलो जी नेक्स्ट है वा फोकल लेंथ ऑफ ए प्लेन मिरर इज इनफिनिटी। नेक्स्ट देखो जी 10 नंबर है फोकल लेंथ ऑफ ए प्लेन मिरर इज इनफिनिटी। भाई इनफिनिटी क्यों दी है, इनफिनिटी क्यों दी है? मैथ पढ़ते मैथ यानी अनंत से ज्यादा अंत ही नहीं है कोई लिमिट ही नहीं है। ठीक है जी छोटा प्लेन मिरर है ओदी फोकल लेंथ कितनी दी है सर दसो ना इनफिनिटी दी है। ठीक है जी वो तो जी कोई भी इमेज बढ़ूंगी ना वो इमेज नहीं कैसा कैसा है कोई फोकस ही नहीं करता बड़ी दूर तक जाती है। जो मान लो तो वेव प्लेन मिरर है मान लो जो क्रिकेट मिरर दी जाता है। ठीक है जी अगर यदि फोकल लेंथ की गल करिए तो जी फोकल लेंथ बनती है चलो आप इनू क्रिकेट नहीं लेंगे आप इनू इदा करके ले लेंगे। ठीक है जी ये प्रिंसिपल ऐसे बनाई है यदि जी फोकल लेंथ है बैठ जाके इतने बननी चाहिए चाहे इधर कितने बननी चाहिए पर नहीं बनती नहीं ऐसा करिए उसका बेनती नहीं है जी वो फोकल लेंथ है वो जीरो होगा। ठीक है जी और तुम फोकल लेंथ नहीं बड़ी है ये कंफर्म है जी क्योंकि मैं शुरू में लैक्चर भेजा है तो फोकल लेंथ वो लैक्चर 2-3 बार रिपीट किया है। प्लीज जे किसी ने कोई पढ़ना चाहता वा वीडियो देख सकता वा कि अपनी बुक तो वेख लो जितों पढ़ना पढ़ लो कोई दिक्कत नहीं मैंने प्रॉब्लम है ताड़ी बोर्ड की क्लास है मैं अपनी पूरी मेहनत की है। ठीक है जी और वो नहीं पढ़े वो गल ताड़ी बनती है पेपर तो अगर मार के देखते हैं। चलो जी ये ज्यादा रखोगे ना प्लेन मिरर है फोकल लेंथ है इनफिनिटी होती है सो वाई की फोकल लेंथ की है जी इनफिनिटी करती है। सो उस तो बाद देखो जी नेक्स्ट देखो जी 11 नंबर पॉइंट है पावर ऑफ ए प्लेन मिरर इज जीरो। पावर ऑफ ए प्लेन मिरर इज जीरो। और पावर का फॉर्मूला दोस्तों की होता है पावर ऑफ लेंथ का पता नहीं क्यों 1 अपॉन फोकल लेंथ होता है। ठीक है जी 1 अपॉन फोकल लेंथ होता है। अगर ये इनफिनिटी है ना देखो ये भी मैं प्लेन मिरर की गल की है ये भी प्लेन मिरर की गल की है। तो अगर इसकी वैल्यू इनफिनिटी पर दोगे ना तो ताकि पावर ऑफ प्लेन मिरर की वैल्यू जीरो है क्योंकि मैं पहले बोल चुका कि प्लेन मिरर की फोकल लेंथ है और इनफिनिटी होती है 1 इनफिनिटी में डिवाइड करके लिख दो इसका आंसर जीरो है। इस करके मैं क्या पावर ऑफ प्लेन मिरर किया जीरो है। चलो इस कैलकुलेट लगा
ठीक है जी। देखो जी सोल्व करके देख सकते जी साडे कोल फोकल लेंथ कितनी दी प्लेन मिरर दी दसो जी इधर नोट करो एफ पी कितनी दी है जी उन्होंने लिखाई है इनफिनिटी सो इतने एफ पी की वैल्यू कितनी है कि 1/इनफिनिटी इक्वल टू 0 ठीक है जी क्योंकि इतने एफ की वैल्यू ने इनफिनिटी फुट कर दी है बस और कुछ नहीं कर और जो 1 ਨੂੰ इनफिनिटी ਨਾਲ डिवाइड ਕਰਦੇ ਨਾ ਸਾਡੇ ਕੋਲ 0 ਹੁੰਦਾ प्लीज चेक कर लो मैं कैलकुलेटर ਤੇ ਕਰਕੇ ਵੇਖ ਲਿਆ ਸੋ ਇਹਦੇ ਵਿੱਚ ਇਹਦਾ ਆਨਸਰ 0 ਹੀ ਹੋਊਗਾ ਔਰ ਵਿੱਚ ਲਿਖਿਆ ਵੀ 0 ਹੀ ਹੈ नेक्स्ट देखो जी नेक्स्ट पॉइंट है पावर ऑफ प्लेन मिरर इज 0 उसके बाद आप बहुत बढ़िया पॉइंट है जी नेक्स्ट वन तो मैं नोट कर दूंगी if plane mirror is turned by an angle theta if plane mirror is turned by an angle theta भाई अगर मेरा प्लेन मिरर थीटा एंगल से टर्न करदा की होगा ਜਿਹੜੀ ਉਹ ਜੋ ਲਾਈਟ ਰਿਫਲੈਕਟ ਹੁੰਦੀ ਪਈ ਹੈ ਉਹ ਕਿੰਨੇ ਐਂਗਲ ਨਾਲ ਨੂੰ ਕਿ ਉਹਦਾ ਐਂਗਲ ਕਿੰਨਾ ਚੇਂਜ ਹੋਊਗਾ ਮੰਨ ਲਓ ਮੈਂ ਪਲੇਨ ਮਿਰਰ ਹੈ ਇਹਨੂੰ ਥੀਟਾ ਐਂਗਲ ਤੇ ਕਨਵਰਟ ਕਰਦਾ ਜਿਹੜੀ ਇਹਦੇ ਜੋ ਲਾਈਟ ਆਉਂਦੀ ਪਈ ਹੈ ਲਾਈਟ ਰਿਫਲੈਕਟ ਹੁੰਦੀ ਪਈ ਹੈ ਉਹ ਚ ਕਿੰਨਾ ਚੇਂਜ ਹੋਊਗਾ ਹਾਫ ਕਿ ਡਬਲ ਪਤਾ ਕਿ ਹੋਊਗਾ ਇਹਦੇ ਬਾਰੇ ਚਲੋ ਮੈਂ ਕਰ ਦਿੰਦਾ ਆਈ ਵਿਲ ਦੇਖੋ if the plane mirror is turned by an angle theta the reflected ray turned by 2 theta देखो जी बटा अब मैं काले चीज कराई थी लॉ ऑफ रिफ्लेक्शन कराया थी एंगल ऑफ इंसिडेंस इज इक्वल टू एंगल ऑफ रिफ्लेक्शन आज ही करवाई सर ਇਹਦੇ ਅਕੋਰਡਿੰਗ ਜੋ ਡਾਇਗਰਾਮ ਬਣਾ ਲਓ ਇੱਥੇ ਮੰਨ ਲਓ ਸਾਡੇ ਕੋਲ प्लेन मिरर है ठीक है जी ਇਹਦੀ ਪ੍ਰਿੰਸੀਪਲ ਐਕਸਿਸ ਲਾਈਨ ਹੈ ਇੱਥੇ ਸਾਡੇ ਕੋਲ ਪ੍ਰੋਜੈਕਟ ਹੈ ਇਥੋਂ ਜਿਹੜੀ ਲਾਈਨ ਰੇ ਆ ਇੱਥੇ ਇਹ ਸਾਡੇ प्लेन मिरर ਦੇ ਨਾਲ ਕਰਦੀ ਕਿ ਇੰਸੀਡੈਂਟ ਹੁੰਦੀ ਹੈ ਔਰ ਇਹਦੇ ਨਾਲ ਐਂਗਲ ਥੀਟਾ ਬਣੀ ਹੋਈ ਹੈ थीटा ले लो ठीक है जी और सेम एंगल की वापसी आती हुई है कैसे ते रिफ्लेक्ट होती हुई है इधर होनी हुई है ते इंसिडेंट रही है वापसी आती हुई है ते रिफ्लेक्ट रही है ठीक है जी इथे भी एंगल थीटा ही बनता है सो देखो जी की है ਇਹਦੇ ਵਿੱਚ ਜਿਹੜਾ ਇਹ प्लेन मिरर है ਇਹ वाला प्लेन मिरर है ਜਿਹੜਾ ਤੁਸੀਂ ਸ਼ੀਸ਼ਾ ਘਰੇ ਦੇਖਦੇ ਜੀ ਉਹਨੂੰ प्लेन मिरर ਵੀ ਹੁੰਦਾ ਜੀ ਸੋ ਦੇਖੋ ਜਿਹੜਾ प्लेन मिरर है ਉਹ ਕੋਈ ਕਰਦਾ ਪਿਆ ਵਾ ਉਹਨੂੰ ਅਸੀਂ ਥੀਟਾ ਐਂਗਲ ਤੇ ਟਰਨ ਕਰਦੇ ਪਏ ਟਰਨ ਵੀ ਘੁਮਾਉਂਦੇ ਪਏ ਮੰਨ ਲਓ ਇਹਦਾ ਐਂਗਲ ਹੀ ਚੇਂਜ ਕਰਤਾ ऐसे करके बाद है जब तक इतने करके बाद सो देखो ये ना वो प्लेन मिरर है इधर का ये दी प्रिंसिपल एक्सिस लाइन है इतने फिर एंगल थीटा आ गया और देखो जी की होगा ये थीटा एंगल इंक्रीज होगा डिक्रीज होगा जेड़ा रिफ्लेक्टेड एंगल है वो इंक्रीज होगा डिक्रीज होगा ये तो ऑलरेडी थीटा एंगल दी होनी पई है एक थीटा एंगल इतने दा चेंज करता है और की होगा ये साडा फेयर प्लेन मिरर है ये फेयर साडा प्लेन मिरर है ठीक है जी ये फेयर साडी इंसिडेंट रे है और ये फेयर साडी इधर नाल थीटा एंगल बनदा पिया वा इथों फेयर तक करके टर्न करके जांदी पई है इथे भी थीटा बनदा पिया सो ये साडी रिफ्लेक्टेड रे है दसो जी आई कीता कोई जेड़ा ये शीशा है इनु थोड़ा टर्न करता है टिल्ट करता है जेड़ा रिफ्लेक्टेड रे है वो कितने एंगल से टर्न होगा या अपनी क्लास मोस्ट डबल क्लास है दैट सामने लिखा 2 थीटा मान लो शीशे की जगह फोटो लेते बैठे तब उस का भी फोटो दे दी गई मैं रिकॉर्ड ये ला रिकॉर्ड ला नाम लिखा ठीक है जी मान लो ये शीशा भी थोड़ा घटा ਜਿਹੜੀ ਤੁਹਾਡੀ ਇਮੇਜ ਹੈ ਉਹ 2 ਥੀਟਾ ਦੇ ਟਰਨ ਹੋ ਜੂਗੀ ਜਿਹੜੀ ਤੁਹਾਡੀ ਰਿਫਲੈਕਟਡ ਰੇ ਆ ਉਹ ਕੀ ਹੈ 2 ਥੀਟਾ ਦੇ ਟਰਨ ਹੋ ਜੂਗੀ ਸੋ ਇਹਦਾ ਆਨਸਰ ਕਿੰਨਾ ਆ ਜਾਊਗਾ ਜਿਹੜੀ ਰਿਫਲੈਕਟਡ ਰੇ ਆ 2 ਥੀਟਾ ਸੀ प्लीज नोट कर लो जी ऐसे नोट कर देना ਜਿਹੜੀ ਰਿਫਲੈਕਟਡ ਰੇ ਹੈ ਉਹ 2 ਥੀਟਾ ਆ ਜੂਗੀ ਅਗਰ ਜਿਹੜਾ ਤੁਹਾਡਾ प्लेन मिरर है वो थीटा ਦੇ ਟਰਨ ਕਰਦਾ ਹੈ ਠੀਕ ਹੈ ਜੀ थीटा डी ਦੇ ਘੁਮਾਉਣੇ ਆ ਤੇ ਉਹਦਾ ਜਿਹੜਾ रिफ्लेक्टेड ਉਹਦਾ ਰਿਫਲੈਕਟਡ ਰੇ ਆ ਉਹ 2 थीटा
भाई प्लीज पढ़िया करो घर जाके, कुछ नहीं होता तुहानू, कख नहीं होता। 10वीं च होवे बड़ी कितना होऊगा जी, ठीक है जी। हुण जो इत्थे पेपर होए ना सारे फेल कर रहे हैं, और तुहाडी परफॉर्मेंस मैं डायरैक्ट मैडम को लैके जानी, तुहाडी क्लास सारे ऊपर चलदी पई है, सारे वीक क्लास है तुहाडी, कुछ नहीं होता तुहानू, कोई समझ नहीं होती भी कन्फर्म है की है। कोई इत्थे जिन्ने भी बच्चे पढ़ाए ना तुहाडे तो पहले वो बच्चे होर क्लासां डील कीता वा, बजे फटाफट बोलते हैं जिहड़ी मैं बोलदा है उस वेले दसदे आ, तुहानू कुछ नहीं पता लगदा। ठीक है जी, चलो कोई गल नहीं। जब होर भी तुहाडी क्लासां दे विच कोई होना वा, मतलब होर भी जिहड़े तुसीं मैथ की गल कर लो, समझ आती मैथ की, पुछूंगा मैं मैडम को, पुछूंगा तुहाडे तो झूठ बोलना कोई गल नहीं। चलो जी आ जी चेता रख लो प्लीज, ये तुहाडा प्लेन मिरर जेहड़ा तुसीं घरे शीशा देखदे जे, ला ऑफ रिफ्लेक्शन दे अकॉर्डिंग थीटा थीटा एंगल बनदा पिया है, बट एक थीटा जेहड़ा ये प्लेन मिरर है मैं ਇਹਦਾ एंगल चेंज करता, ਇਹਦਾ एंगल की है जी कि वो कैसे टेढ़ा करदा शीशे, टिल्ट करदा टेढ़ा करदा कितने एंगल ते थीटा एंगल जेहड़ा ये वाला एंगल है वो थीटा तो 2 थीटा। चलो ਇਹਨੂੰ ਹਟਾ ਯਾਰ ਸਾਰੇ ਸਾਹ, ਕੋਈ ਗੱਲ ਨਹੀਂ। चलो जी आ देखो नंबर 13 है, द लोएस्ट साइज, ना भाई द लोएस्ट साइज ऑफ ए प्लेन मिरर, द लोएस्ट साइज ऑफ ए प्लेन मिरर इज इक्वल टू the lowest size of a plane mirror to view an object, to view an object, the lowest size of plane mirror to view an object is equal to half the size of it, is equal to half the size of the object। भाई वो शीशे फेस देखते जाता, वो शीशे का तो पूछेगा कि घट तो घट साइज कितना होगा, जो शीशे का फेस देखते हैं कितना कटोगे, वो शीशे का छोटे तो छोटा साइज कितना होगा। ਜਿਹੜੇ शीशे ਦੇ ਜ਼ਿਆਦਾ ਨੂੰ ਵੇਖਦੇ ਜੇ, ਅਗਰ ਤੁਹਾਨੂੰ ਪੁੱਛੇ ਤਾਂ ਹਾਫ ਸਾਈਜ਼ ਕਿੰਨਾ ਹੁੰਦਾ ਵਾ, ਸੌਰੀ ਉਹਦਾ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਘੱਟ ਤੋਂ ਘੱਟ ਸਾਈਜ਼ ਕਿੰਨਾ ਹੋਊਗਾ। ਬੱਲੇ ਤਾਂ ਨਹੀਂ ਤੇ ਜਿਹੜਾ ਪਲੇਨ ਮਿਰਰ ਹੈ ਉਹਦਾ ਲੀਸਟ ਸਾਈਜ਼ ਕਰਨਾ ਹੈ, और ਕੀ ਹੋਊਗਾ ਜੀ ਜਿਹੜਾ ਜੋ ਆਬਜੈਕਟ ਦੇਖ ਦਿੰਦੇ ਨੇ, ਦੇਖੋ ਲਿਖਿਆ ਨਾ ਵਿਊ ਐਨ ਆਬਜੈਕਟ ਇਜ਼ ਇਕੁਅਲ ਟੂ ਜਿਹੜਾ ਕੋਈ ਆਬਜੈਕਟ ਦੇਖਦੇ ਪਏ ਆ ऑब्जेक्ट साइज का हाफ, ठीक है जी। कोई जड़ा ऑब्जेक्ट देखते पे हाफ कर दिए, वो किहदे इक्वल होंदा वा, लीस्ट साइज ऑफ प्लेन मिरर, घट तो घट छोटे तो छोटा साइज का प्लेन मिरर होता है, ठीक है जी। जिहड़ी उहदे तुसीं कोई ऑब्जेक्ट देखते पे कोई ऑब्जेक्ट की फोटो देखते पे वो जड़ा ऑब्जेक्ट है उसका साइज अद्धा कर देना, अद्धा करके किहदे इक्वल हो जाएगा जी, लीस्ट साइज ऑफ प्लेन मिरर। प्लीज जरूर नोट करो। मैं नोट कर लो, पूरा करके नोट कर लो। लीस्ट साइज ऑफ प्लेन मिरर इज इक्वल टू हाफ द ऑब्जेक्ट साइज व्यू इन प्लेन मिरर। मिरर ਦੇ ਵਿੱਚ ਮਤਲਬ ਤੁਸੀਂ ਆਪਦੀ ਫੋਟੋ ਦੇਖਦੇ ਪਏ ਜੇ, ਆਪਦੀ ਫੋਟੋ ਦਾ ਜਾਂ ਆਪਦੇ ਆਬਜੈਕਟ ਦਾ ਤੁਸੀਂ ਹਾਫ ਕਰ ਦੇਣਾ, ਆਪਦੇ ਆਪ ਦਾ ਹਾਫ ਕਰਕੇ, ਔਰ ਤੁਸੀਂ ਦੇਖ ਸਕਦੇ ਜੇ ਕਿ ਉਹ ਪਲੇਨ ਮਿਰਰ ਦਾ ਲੀਸਟ ਸਾਈਜ਼ ਹੋਊਗਾ, ਘੱਟ ਤੋਂ ਘੱਟ ਸਾਈਜ਼ ਹੋਊਗਾ, ਛੋਟੇ ਤੋਂ ਛੋਟਾ ਸਾਈਜ਼ ਹੋਊਗਾ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਜੀ ਨੈਕਸਟ ਹੈਗਾ ਜੀ ਕੋਡ।
14 नंबर का है पोल पोल में वर्टेक्स भी बोल देते हैं पोल में वर्टेक्स भी बोल देते हैं तो देखो जी पोल की दवा इट इज द सेंट्रल पॉइंट ऑफ ए मिरर इज कॉल्ड पोल इट इज द central point it is the central point of a mirror is called pole अब पता देखी कि चीज आ रही पोल की अब बढ़िया मैं डायग्राम बना दूं पहले फिर बना देता ये साडा करके मिरर है ये प्रिंसिपल एक्सिस लाइन है ठीक है जी इथे एक सेंटर ऑफ कर्वेचर हो सकता इथे एक फोकस हो जाता या फोकल पॉइंट कह सकते हैं या फोकस कह सकते हैं जेड़ा ये वाला पॉइंट है ना सेंटर दे विच दैट इज पोल इट इज द सेंटर पॉइंट ऑफ कनकेव मिरर इनको बोल देते हैं पोल ये वाले पॉइंट या वर्टेक्स भी बोल देते हैं प्लीज नोट डाउन इट इज द सेंटर पॉइंट ऑफ ए मिरर लिखता भी क्या इन्हें लिखता है भाई एक तरह का डिरामा ज्यादा करता हूं करता ऐसे ना बेशक है तुम तो पहला दो क्लासां लगਦੀਆਂ ਤਾਂ ਮੇਰੇ ਕੋਲ 7 ਦਿਨ ਹੁੰਦਾ ਨਾਲ ਤੁਸੀਂ ਬਹਿ ਜਾਓ ਇੱਥੇ ਜਿਹੜੇ ਤੁਹਾਡੇ ਕੋਲ ਹੋਰ ਬੱਚੇ ਬੈਠਣਗੇ ਨਾ ਵੇਖੋ ਉਹਦਾ ਰਿਸਪੌਂਸ ਕਿੰਨਾ ਹੁੰਦਾ ਤੁਹਾਡਾ ਕੋਈ ਰਿਸਪੌਂਸ ਨਹੀਂ ਹੈਗਾ ਵੀਰ ਕੱਖ ਨਹੀਂ ਹੁੰਦਾ ਤੁਹਾਨੂੰ ਕਨਫਰਮ ਹੈ ਮੈਂ ਜੀ ਇਹ ਤਾਂ ਤੁਹਾਡੇ ਤੁਸੀਂ ਪੇਪਰ ਨਗਲ ਮਾਰ ਕੇ ਕਨਫਰਮ ਹੈ ਦੇ ਦਿੱਤੇ ਆ ਇੱਥੇ ਤਾਂ ਤੁਹਾਡੀ ਨੂੰ ਵੈਲਿਊ ਪਤਾ ਹੀ ਹੈ ਕਿੰਨੀ ਕੁਝ ਪੈਣੀ ਹੈ ये पढ़िया कोई यार पेपर नहीं मेरा दसो ये वीडियो मेरे लिए ਤੁਹਾਡੇ ਵਾਸਤੇ ਬਣਾਉਣਾ ਭੇਜੀ ਹੈ ਮੈਂ ਆਪਣੀ ਡਿਊਟੀ ਕਰ ਚੁੱਕਾ ਹਾਂ ਤੁਹਾਡੇ ਤੋਂ ਪਹਿਲਾਂ ਪਲੱਸ 2 ਨੂੰ ਆਪਟਿਕਸ ਕਰਾਈ ਹੈ ਕਿ ਉਹ ਫਸਟ ਟਾਈਮ ਇੱਥੇ ਆਇਆ ਫਸਟ ਟਾਈਮ ਹੀ ਕਰਾਈ ਹੈ ਇੱਥੇ ਔਰ ਉਹਨਾਂ ਦੀ ਡੈਰੀਵੇਸ਼ਨ ਤੇ ਦੇਖੋ ਜਾ ਕੇ ਔਰ 7 ਚੈਪਟਰ ਸੀ ਆਪਟਿਕਸ ਦੇ ਵਿੱਚ ਜਿੱਥੇ ਇੰਟਰਫੇਰੈਂਸ ਆਫ ਲਾਈਟ ਰਿਫਰੈਕਸ਼ਨ ਆਫ ਲਾਈਟ ਰਿਫਲੈਕਸ਼ਨ ਆਫ ਲਾਈਟ ਡਿਸਪਰਸ਼ਨ ਆਫ ਲਾਈਟ ਸਾਰਾ ਕੁਝ ਬੱਚੇ ਨੇ ਟਿਪਸ ਤੇ ਇਹਨਾਂ ਦੇ ਔਰ ਬੱਚੇ ਵੱਲੋਂ ਕਿੰਨੇ ਵਧੀਆ ਨੰਬਰ ਲੈ ਕੇ ਚੁੱਕਿਆ ਹੈ ये तो पढ़ने पढ़ने मैं कुछ नहीं कर सकता मैं सिर्फ 10 सकता हूँ बड़ा गा कर सकता हूँ आ डायग्राम दो बना के दे सकता हूँ ये बुक के हो सकता नाम नहीं देंगे चलो जी कोई नहीं अगे चलो नेक्स्ट है जी सेंटर ऑफ कर्वेचर पढ़ा देखो सेंटर ऑफ स्फीयर भाई जिन्हें जाना जा सकते थे जिन्हें जाना जा सकते थे जो बच्चे बस वाले जा सकते प्लीज नोट लो कोई नहीं जा सकते वीडियो बैग नहीं भेजना जिन्ना जो आना नहीं ना गवर्नमेंट वालों बाद में चलो यार नोट कर लो सेंटर ऑफ कर्वेचर है जी स्फीयर लेते हो सेंटर ऑफ कर्वेचर देखो जी वैसे ही सेंटर ऑफ कर्वेचर की गल करिए ना मान लो साडा स्फीयर है ये तो सेंटर पॉइंट है इनू बोलते हैं सेंटर ऑफ कर्वेचर ये वाले ठीक है जी और लेंथ के केस में जो की बनता वा पहले दी डेफिनेशन नोट कर लो the center of sphere of the mirror it is the center of sphere it is the center of sphere of which mirror mirror ਦੇ ਵਿੱਚ ਕੇਂਦਰ ਵੀ ਆ ਸਕਦਾ ਵਾ ਕਨਕੇਵ ਵੀ ਆ ਸਕਦਾ ਕਨਵੈਕਸ ਵੀ ਆ ਸਕਦਾ of which mirror is a part which mirror is a
सेंटर ऑफ कर्वेचर ਹੁਣ देखो जी ਆਪਾਂ ਤੇ ਬਹਿਸ ਕਲੀਅਰ ਲਿਆ मैं भी डायग्राम उतना क्रिएट करके दिखा देता हूं मान लो था लो कर्केव मिरर है ए इज प्रिंसिपल एक्सिस लाइन है और इथे कोण पॉइंट है और ये जगह जिथे भी आ जाए साडा सेंटर ऑफ कर्वेचर आ जाए देखो जी ये कर्व बनदा पिया वा ਇਹਦਾ ਜਿਹੜਾ कह सकते रेडियस कह सकते हो प्रकार के नाल कंपास के नाल आर्क लगाउंदे जे पहला एक पॉइंट दे उत्ते कंपास का ਜਿਹੜਾ पॉइंट है वो सेट करदे ने उस तो बाद आर्क ਜਿਹੜੀ ਆ ਉਹਨੂੰ रोटेट करके आर्क ਜਿਹੜੀ है क्रिएट करदे ने सो ਇਹੋ ਚੀਜ਼ ਇਹੋ ਇਹਨੂੰ ਇਦਾਂ ਕਰਕੇ ड्रा कर सकते हैं नेक्स्ट देखो जी नेक्स्ट क्या होगा रेडियस ऑफ कर्वेचर हाँ जी ये होगा चलो ये पता लग गया ये सेंटर ऑफ कर्वेचर आ गया नेक्स्ट करो जी रेडियस ऑफ कर्वेचर इधर नोट कर देता हूं ये तो लगा नहीं 15 नंबर पे ये 15 नंबर पे और 16 नंबर पे बीच की पॉइंट है रेडियस ऑफ कर्वेचर भाई कितना टाइम हो गया 32